ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਟਾਨ ਕੋਟਾਨ ਸ਼ੁਕਰਾਨਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ। ਗੁਰਦੇਵ ਜੀ ਨੇ ਜੋ ਸਾਨੂੰ ਅੱਜ ਹੁਕਮਨਾਮਾ ਸਾਹਿਬ ਬਖਸ਼ਿਸ਼ ਕੀਤਾ ਹੈ। ਧਨਾਸਰੀ ਮਹੱਲਾ ਚੌਥਾ। ਹਰ ਹਰ ਬੂੰਦ ਭਏ ਹਰ ਸੁਆਮੀ, ਹਮ ਚਾਤਰਕ ਬਿਲਲ ਬਿਲ ਲਾਤੀ। ਗੁਰੂ ਰਾਮਦਾਸ ਜੀ ਮਹਾਰਾਜ ਨੇ ਸਾਨੂੰ ਅੱਜ ਉਹ ਸ਼ਬਦ ਦਿੱਤੇ ਹਨ, ਉਹ ਬਖਸ਼ਿਸ਼ ਦਿੱਤੀ ਹੈ ਕਿ ਜਿਹੜੇ ਸ਼ਬਦਾਂ ਨੂੰ ਅਸੀਂ ਯੂਜ਼ ਕਰਕੇ, ਜਿਹੜੇ ਸ਼ਬਦਾਂ ਨੂੰ ਅਸੀਂ ਆਪਣੀ ਨਿੱਤਾ ਪ੍ਰਤੀ ਜ਼ਿੰਦਗੀ ਵਿੱਚ ਵਰਤ ਕੇ ਆਪਣੇ ਅੰਤਸ਼ਕਰਣ ਨੂੰ ਸ਼ੁੱਧ ਕਰ ਸਕਦੇ ਹਾਂ, ਸਾਫ਼ ਕਰ ਸਕਦੇ ਹਾਂ। ਇਸ ਕਰਕੇ ਗੁਰਬਾਣੀ ਸਾਨੂੰ ਮਹਾਰਾਜ ਕਹਿੰਦੇ ਹਨ ਕਿ ਜਿਹੜੀ ਤੇਰੀ ਮੱਤ ਮੈਲ ਦੇ ਨਾਲ, ਪਾਪ ਦੇ ਅਗਿਆਨ ਦੀ ਮੈਲ ਦੇ ਨਾਲ ਭਰੀ ਪਈ ਹੈ, ਉਸ ਦੇ ਉੱਤੇ ਤੂੰ ਬਾਣੀ ਦਾ, ਗੁਰਬਾਣੀ ਦਾ ਸਾਬਣ ਲਗਾ। ਭਰੀਏ ਮੱਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਅਤੇ ਉਹ ਨਾਮ ਦੇ ਰੰਗ ਦੇ ਨਾਲ ਤੇਰੀ ਮੈਲ ਭਾਈ ਧੋਤੀ ਜਾਵੇਗੀ। ਸੋ ਗੁਰੂ ਜੀ ਅੱਜ ਸਾਨੂੰ ਬੜੇ ਪਿਆਰੇ ਪਿਆਰੇ ਸ਼ਬਦ ਦਿੰਦੇ ਹਨ ਕਿ ਹਰ ਹਰ ਬੂੰਦ ਭਏ ਹਰ ਸੁਆਮੀ। ਹਰ ਹੁੰਦਾ ਜਿਹੜਾ ਸੁੱਕਿਆਂ ਹੋਇਆਂ ਨੂੰ ਹਰੇ ਕਰ ਦੇਵੇ। ਜਦੋਂ ਸਾਡੇ ਜੀਵਨ ਵਿੱਚੋਂ ਗੁਣ ਚਲੇ ਜਾਣ, ਭਾਵ ਕਿ ਔਗਣ ਆ ਜਾਣ, ਉਹ ਪਰਮਾਤਮਾ ਦੁੱਖ ਪਰ ਹਰ ਸੁੱਖ ਘਰ ਲੈ ਜਾਏ। ਸਾਡੇ ਹਿਰਦਿਆਂ ਦੇ ਵਿੱਚੋਂ ਦੁੱਖ ਨੂੰ ਪਰ ਹਰ ਕਰਕੇ, ਭਾਵ ਚੁੱਕ ਕੇ ਉੱਥੇ ਸੁੱਖ ਰੱਖ ਦੇਵੇ। ਸੋ ਉਸ ਪਰਮਾਤਮਾ ਜੀ ਦੇ ਅੱਗੇ, ਉਸ ਪਰਮਾਤਮਾ ਜੀ ਦੀ ਜਿਹੜੀ ਮੌਜੂਦਗੀ ਆ, ਪ੍ਰੈਜੈਂਸ ਆ, ਜਿਹੜੀ ਵਾਹਿਗੁਰੂ ਜੀ ਦੀ ਬਲਿਹਾਰੀ ਕੁਦਰਤ ਵਸਿਆ, ਜਿਹੜਾ ਪਰਮਾਤਮਾ ਕੁਦਰਤ ਦੇ ਵਿੱਚ ਵਸਿਆ ਹੋਇਆ ਹੈ, ਅੰਗ ਸੰਗ ਸਹਾਈ ਦਾਤਾ ਹੈ ਗੁਰੂ ਰਾਮਦਾਸ ਜੀ ਮਹਾਰਾਜ, ਉਹ ਸ਼ਬਦ ਸਾਨੂੰ ਕਿਵੇਂ ਅਰਦਾਸ ਦੇ ਰੂਪ ਵਿੱਚ ਕਰਨਾ ਹੈ, ਕਿਵੇਂ ਗੁਰਬਾਣੀ ਦੇ ਰੂਪ ਵਿੱਚ ਉਹਨਾਂ ਨੂੰ ਵਿਚਾਰਨਾ ਹੈ, ਉਹ ਸ਼ਬਦ ਸਾਨੂੰ ਦਿੰਦੇ ਹਨ ਕਿ ਹਰ ਹਰ ਬੂੰਦ ਭਏ ਹਰ ਸੁਆਮੀ। ਅਤੇ ਸਾਡੇ ਹਿਰਦੇ ਦੀ ਜਿਹੜੀ ਤੀਬਰਤਾ ਹੈ, ਜਿਹੜੀ ਸਾਡੇ ਹਿਰਦੇ ਦੀ ਕਸ਼ਿਸ਼ ਹੈ, ਉਸ ਨੂੰ ਮਹਾਰਾਜ ਚਾਤਰਕ ਦੇ ਨਾਲ ਮਿਲਾਉਣ ਦੀ, ਚਾਤਰਕ ਤੋਂ ਸਿੱਖਣ ਦੀ ਜਾਚ ਸਾਨੂੰ ਚਾਤਰਕ ਤੋਂ ਸਿੱਖਣ ਦੀ ਸਿਖਾਉਂਦੇ ਹਨ ਕਿ ਜਿਵੇਂ ਉਹ ਚਾਤਰਕ ਹੈ ਜਿਹੜਾ ਬਿਲਲ ਕਰਦਾ ਹੈ, ਵਿਆਕੁਲ ਹੁੰਦਾ ਹੈ, ਉਹਦੇ ਹਿਰਦੇ ਵਿੱਚ ਵੈਰਾਗ ਆਉਂਦਾ ਹੈ। ਬਿਲਲਾਤੀ ਹੁੰਦਾ ਬਿਰਲਾਪ ਕਰਨਾ। ਉਸ ਨੂੰ ਹਿਰਦੇ ਵਿੱਚੋਂ ਇੱਕ ਸਕਿੰਟ ਲਈ ਵੀ ਚੈਨ ਨਹੀਂ ਆਉਂਦਾ, ਕਿਉਂਕਿ ਉਹ ਪਰਮਾਤਮਾ, ਉਹ ਉਸ ਬੂੰਦ ਦੇ ਲਈ ਤੜਫ ਰਿਹਾ ਹੁੰਦਾ ਹੈ। ਮਹਾਰਾਜ ਕਹਿੰਦੇ ਨੇ ਕਿ ਜਿਵੇਂ ਜਿਵੇਂ ਤੇਰੇ ਹਿਰਦੇ ਵਿੱਚ ਭਾਈ ਉਹ ਚਾਤਰਕ ਦੀ ਤਰ੍ਹਾਂ ਬਿਲਲਾਤੀ ਆਏਗੀ ਨਾ, ਅਤੇ ਮਹਾਰਾਜ ਕਹਿੰਦੇ ਨੇ ਕਿ ਉਹ ਸਟੇਜ ਆਫ ਮਾਈਂਡ ਹੋਏਗੀ ਜਦੋਂ ਤੇਰਾ ਹਿਰਦਾ ਕਿਸੇ ਕਿਰਪਾ ਦੇ ਲਈ ਰੈਡੀ ਹੋਏਗਾ। ਸੋ ਗੁਰੂ ਜੀ ਕਹਿੰਦੇ ਨੇ ਕਿ ਹਰ ਹਰ ਕਿਰਪਾ ਕਰੋ ਪ੍ਰਭ ਆਪਣੀ। ਹੇ ਵਾਹਿਗੁਰੂ ਜੀ, ਹਰ 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 ਵਾਹਿਗੁਰੂ ਜੀ, ਤੁਸੀਂ ਸਾਡੇ ਸੰਸਿਆਂ ਨੂੰ, ਸਾਡੇ ਝੋਰਿਆਂ ਨੂੰ, ਸਾਡੀਆਂ ਤ੍ਰਿਸ਼ਨਾਵਾਂ ਨੂੰ, ਸਾਡੇ ਵਿਕਾਰਾਂ ਨੂੰ ਹਾਰਕ ਕਰਨ ਵਾਲੇ ਹੋ। ਹਾਰਕ ਦਾ ਮਤਲਬ ਦਬਾ ਦੇਣ ਵਾਲੇ ਹੋ, ਕੁਚਲ ਦੇਣ ਵਾਲੇ ਹੋ। ਸਾਡੇ ਵਿਸ਼ਿਆਂ ਦੇ ਵਿਕਾਰਾਂ ਨੂੰ ਮਹਾਰਾਜ ਜੀ ਤੁਸੀਂ ਹਾਰ ਦੇਣ ਵਾਲੇ ਹੋ। ਹੇ ਅਕਾਲ ਪੁਰਖ ਵਾਹਿਗੁਰੂ ਜੀ, ਪਰਮਾਤਮਾ ਜੀ, ਹਰ ਹਰ ਕਿਰਪਾ ਕਰੋ ਪ੍ਰਭ ਆਪਣੀ। ਮੁਖ ਦੇਵ ਹੋ, ਸਾਡੇ ਮੁਖ ਦੇ ਉੱਤੇ ਕਿਰਪਾ ਕਰਕੇ ਪਰਮਾਤਮਾ ਜੀ, ਜਿਵੇਂ ਤੁਸੀਂ ਉਸ ਚਾਤਰਕ ਨੂੰ ਸਵਾਂਤੀ ਬੂੰਦ ਦਿੱਤੀ ਹੈ, ਉਵੇਂ ਸਾਡੇ ਹਿਰਦੇ ਵਿੱਚ ਉਹ ਤੜਫ ਵਾਲਾ ਹਿਰਦਾ ਦੇਵੋ, ਅਤੇ ਉਸ ਤੜਫ ਵਾਲੇ ਹਿਰਦੇ ਵਿੱਚੋਂ ਨਿਮਖਾਤੀ ਦੇਵੋ। ਨਿਮਖਾਤੀ ਥੋੜ੍ਹੇ ਸਮੇਂ ਦੇ ਲਈ ਪਰਮਾਤਮਾ ਜੀ ਸਾਨੂੰ ਨਾਮ ਜਪਣ ਦਾ ਅਹਿਸਾਸ ਦੇਵੋ। ਜਦੋਂ ਵੀ ਕੋਈ ਗੁਰਮੰਤਰ ਜਪਦਾ ਹੈ, ਬਾਣੀ ਪੜ੍ਹਦਾ ਹੈ, ਸ਼ੁਰੂ ਵਿੱਚ ਇਨਸਾਨ ਨੂੰ ਇਹ ਕੰਮ ਬੜਾ ਇੱਦਾਂ ਲੱਗਦਾ ਹੈ ਕਿ ਇਹ ਮੈਂ ਕੀ ਕਰ ਰਿਹਾ ਹਾਂ, ਮੇਰਾ ਸਮਾਂ ਖਰਾਬ ਹੋ ਰਿਹਾ ਹੈ। ਪਰ ਕਰਦੇ ਇੱਕ ਦਿਨ ਇਹੋ ਜਿਹਾ ਸਮਾਂ ਆ ਜਾਂਦਾ ਹੈ ਕਿ ਉਸ ਦਾ ਸੱਚੀ ਮੁੱਚੀ ਰਸ ਬਣਦਾ ਹੈ, ਅਤੇ ਉਹ ਹਿਰਦੇ ਦਾ ਟਿਕਾ ਬਣਦਾ ਹੈ, ਅਤੇ ਉਹ ਬਣਿਆ ਹੋਇਆ ਖੇੜਾ ਮਨ ਦੇ ਇਕਾਗਰ ਹੋਣ ਦਾ ਇੱਕ ਅਹਿਸਾਸ ਬਖਸ਼ਿਸ਼ ਕਰਦਾ ਹੈ ਅਤੇ ਸਾਨੂੰ ਨਵੀਂ ਜੁਗਤ ਦਿਖਾਉਂਦਾ ਹੈ। ਇਸ ਕਰਕੇ ਗੁਰੂ ਦੇਵ ਜੀ ਨੇ ਸਾਨੂੰ ਉਹਨਾਂ ਸ਼ਬਦਾਂ ਦੇ ਨਾਲ ਜੋੜਿਆ ਕਿ ਜਿਹੜੇ ਸ਼ਬਦਾਂ ਦੇ ਨਾਲ ਤੇਰਾ ਨਿਊਰੋਨ ਸਿਸਟਮ ਜਾਗਰਤ ਹੋਣ ਲੱਗ ਜੇ, ਕਿ ਤੇਰਾ ਜਿਹੜਾ ਬ੍ਰੇਨ ਦਾ ਸਿਸਟਮ ਆ, ਜਿਹੜਾ ਹੁਣ ਇੱਕ ਤਰ੍ਹਾਂ ਦੇ ਨਾਲ ਡੈੱਡ ਹੁੰਦਾ ਜਾ ਰਿਹਾ,
ਤੇਰੀ ਸੁਰਤ ਪਰਮਾਤਮਾ ਦੇ ਰਸਤੇ ਵੱਲ ਨੂੰ ਵਧੇ ਫੁੱਲੇ। ਸੋ ਮਹਾਰਾਜ ਕਹਿੰਦੇ ਨੇ ਕਿ ਹਰ ਹਰ ਕਿਰਪਾ ਕਰੋ ਪ੍ਰਭ ਆਪਣੀ, ਮੁਖ ਦੇਵ ਹੋ ਹਰ ਨਿਮਖਾਤੀ। ਨਿਮਖ ਕਾਲ ਵਾਸਤੇ, ਨਿਮਖਾਤੀ ਹੁੰਦਾ ਨਿਮਖ ਸਮੇਂ ਵਾਸਤੇ, ਕਿਉਂਕਿ ਪਰਮਾਤਮਾ ਜੀ ਹੁਣ ਸਾਨੂੰ ਹਰ ਬਿਨ, ਹੇ ਵਾਹਿਗੁਰੂ ਜੀ, ਆਪ ਜੀ ਤੋਂ ਬਿਨਾਂ, ਆਪ ਜੀ ਦੇ ਉਸ ਚਾਅ ਤੋਂ ਬਿਨਾਂ ਜਿਹੜਾ ਹਿਰਦੇ ਦੇ ਵਿੱਚ ਬਣਿਆ ਹੋਇਆ ਹੁਣ ਪਰਮਾਤਮਾ ਜੀ, ਰਹਿ ਨਾ ਸਕੋ, ਹੁਣ ਮੈਥੋਂ ਰਿਹਾ ਨਹੀਂ ਜਾਂਦਾ। ਇੱਕ ਰਾਤੀ, ਰਾਤੀ ਹੁੰਦਾ ਰੱਤੀ ਭਰ ਵਾਸਤੇ, ਥੋੜ੍ਹੇ ਸਮੇਂ ਵਾਸਤੇ, ਭਾਵ ਕਿ ਨਾ ਮਾਤਰ ਇੱਕ ਸਵਾਸ ਵਾਸਤੇ ਵੀ ਜਦੋਂ ਤੂੰ ਮੈਨੂੰ ਪਰਮਾਤਮਾ ਜੀ ਵਿਛੜਦਾ, ਮੇਰਾ ਮਰਨ ਹੋ ਜਾਂਦਾ ਹੈ। ਹੁਣ ਇਹ ਜਿਹੜੀ ਸ਼ਬਦ ਦੇ ਵਿੱਚ ਮਹਾਰਾਜ ਨੇ ਸਾਨੂੰ ਇੱਕ ਸੁਰਤ ਦੀ ਉਚਾਈ ਬਖਸ਼ਿਸ਼ ਕੀਤੀ ਆ, ਅਤੇ ਉਹ ਕੰਪੈਰੀਜ਼ਨ ਦਿੱਤਾ ਕਿ ਜਿੰਨਾ ਚਿਰ ਤੱਕ ਤੇਰੇ ਅੰਦਰ ਭਾਈ ਇੱਦਾਂ ਦੀ ਤੜਫ ਨਹੀਂ ਬਣਦੀ ਹੈਗੀ, ਉਹਨਾਂ ਚਿਰ ਤੱਕ ਕੋਈ ਖੇਡ ਨਹੀਂ ਬਣਨੀ ਹੈਗੀ। ਅਸੀਂ ਕਈ ਵਾਰੀ ਉੱਪਰੋਂ ਜੋ ਪਾਠ ਵੀ ਕਰ ਲੈਂਦੇ ਹਾਂ, ਉੱਪਰੋਂ ਜੋ ਵਿਚਾਰਾਂ ਵੀ ਕਰ ਲੈਂਦੇ ਹਾਂ, ਪਰ ਉਹ ਤੜਫ ਵਾਲੀ ਗੱਲ ਨਹੀਂ ਬਣਦੀ ਹੈਗੀ। ਕਿਉਂਕਿ ਮਹਾਰਾਜ ਨੇ ਸਾਨੂੰ ਫਿਰ ਇੱਕ ਐਗਜ਼ਾਮਪਲ ਦੇ ਕੇ ਦਿਖਾਇਆ, ਸੁਣਾਇਆ ਕਿ ਜਿਉਂ ਬਿਨ ਅਮਲੈ, ਅਮਲੇ ਤੋਂ ਬਿਨਾਂ, ਨਸ਼ੇ ਤੋਂ ਬਿਨਾਂ ਇੱਕ ਅਮਲੀ ਆ ਜਿਹੜਾ ਬੰਦਾ, ਜਿਉਂ ਬਿਨ ਅਮਲੈ ਅਮਲੀ ਮਰ ਜਾਈ ਹੈ, ਜਿਵੇਂ ਉਹ ਮਰੀ ਜਾਂਦਾ ਹੈ। ਅਮਲੀ ਨੂੰ ਅਮਲ ਨਾ ਮਿਲੇ ਤੇ ਇੱਕ ਕਾਇੰਡ ਆ ਉਹ ਮਰੀ ਜਾਂਦਾ ਹੈ, ਤਿਉਂ ਹਰ ਬਿਨ, ਉਸ ਤਰ੍ਹਾਂ ਪਰਮਾਤਮਾ ਜੀ ਆਪ ਜੀ ਤੋਂ ਬਿਨਾਂ ਹਮ ਮਰ ਜਾਤੀ, ਸਾਡੀ ਜਿੰਦ ਮਰ ਜਾਂਦੀ ਆ। ਜਦੋਂ ਤੇਰਾ ਨਾਮ ਨਹੀਂ ਮਿਲਦਾ ਵਾਹਿਗੁਰੂ ਜੀ, ਆਖਾਂ ਜੀਵਾਂ ਵਿਸਰੈ ਮਰ ਜਾਊਂ, ਉਹ ਅਸਲ ਵਿੱਚ ਸਾਡੀ ਮੌਤ ਹੀ ਹੁੰਦੀ ਆ। ਹਰ ਵਿਸਰਤ ਸਦਾ ਖੁਆਰੀ ਹੁੰਦੀ ਆ। ਇੱਕ ਜੀਵਨ ਹੁੰਦਾ ਜਿਹੜਾ ਮਤਲਬ ਬੜਾ ਬੇਚੈਨ ਜਿਹਾ ਜੀਵਨ ਹੁੰਦਾ ਆ, ਪਰ ਜਦੋਂ ਤੈਨੂੰ ਪਰਮਾਤਮਾ ਜੀ ਸਾਨੂੰ ਤੁਹਾਡਾ ਨਾਮ ਨਹੀਂ ਮਿਲਦਾ, ਫਿਰ ਮਹਾਰਾਜ ਅੱਗੇ ਸਾਨੂੰ ਦੱਸਦੇ ਕਿ ਤੁਮ ਹਰ ਸਰਵਰ ਅਤ ਅਗਾਹਾ। ਅਗਾਹਾ ਹੁੰਦਾ ਜਿਹੜਾ ਡੂੰਘਾ ਹੁੰਦਾ, ਨਾ ਮਾਪਿਆ ਜਾਣ ਵਾਲਾ, ਗਾਹ ਤੋਂ ਪਰੇ ਹੁੰਦਾ ਜਿਹੜਾ। ਤੁਮ ਹਰ ਸਰਵਰ ਅਤ ਅਗਾਹਾ, ਅਤ ਮਤਲਬ ਜਿਹਨੂੰ ਮਾਪਿਆ ਤੋਲਿਆ ਨਹੀਂ ਜਾ ਸਕਦਾ। ਹਮ ਲਹਿ ਨਾ ਸਕ ਹੈ, ਅਸੀਂ ਪਾ ਨਹੀਂ ਸਕਦੇ, ਅੰਤ ਨਹੀਂ ਪਾ ਸਕਦੇ। ਲੈ ਸਕਣ ਦਾ ਹੁੰਦਾ ਮਤਲਬ, ਲਹਿਣ ਦਾ ਮਤਲਬ ਹੁੰਦਾ ਲੈ ਨਹੀਂ ਸਕਦੇ ਹੈਗੇ। ਅੰਤ ਉਸ ਸਮੁੰਦਰ ਦਾ, ਆਪ ਜੀ ਦੇ ਗਿਆਨ ਦਾ, ਆਪ ਜੀ ਦੇ ਪ੍ਰਕਾਸ਼ ਦਾ, ਆਪ ਜੀ ਦੀਆਂ ਬਖਸ਼ਿਸ਼ਾਂ ਦਾ ਅੰਤ। ਮਾਤੀ ਜਿਹੜੀ ਸਾਡੀ ਬੁੱਧੀ ਆ, ਮਾਤੀ ਹੁੰਦੀ ਆ ਬੁੱਧੀ, ਸਾਡੀ ਬੁੱਧੀ ਛੋਟੀ ਬੁੱਧੀ, ਤੂੰ ਸਮਰੱਥ ਵੱਡਾ, ਮੇਰੀ ਮੱਤ ਥੋੜ੍ਹੀ ਰਾਮ। ਸਾਡੀ ਬੁੱਧੀ ਪਰਮਾਤਮਾ ਜੀ ਆਪ ਜੀ ਦੀਆਂ ਬਖਸ਼ਿਸ਼ਾਂ ਦਾ, ਆਪ ਜੀ ਦੇ ਅਗਾਹ ਦਾ ਅੰਤ ਨਹੀਂ ਪਾ ਸਕਦੀ। ਗਿਆਨੀ ਧਿਆਨੀ ਗੁਰ ਗੁਰ ਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਮੈਂ ਮਹਾਰਾਜ ਜੀ ਸਾਰੇ ਜੇ ਸੁਰਤੀ ਨੇ, ਜਿਹੜੇ ਸੁਰਤ ਲਾਉਂਦੇ ਨੇ, ਗਿਆਨ ਵਾਲੇ ਗਿਆਨੀ ਬੰਦੇ ਨੇ, ਧਿਆਨ ਲਗਾਉਣ ਵਾਲੇ ਨੇ ਜਿਹੜੇ, ਉਹ ਸਾਰੇ ਆਪਦਾ ਲਗਾ ਕੇ ਦੇਖ ਲੈਣ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਉਹ ਅੰਤ ਮਾਤੀ, ਉਹਨਾਂ ਦੀ ਬੁੱਧੀ ਵੀ ਅੰਤ ਨਹੀਂ ਪਾ ਸਕਦੀ ਹੈਗੀ ਪਰਮਾਤਮਾ ਜੀ। ਕਿਉਂ ਨਹੀਂ ਪਾ ਸਕਦੀ? ਤੂੰ ਅਕਾਲ ਪੁਰਖ ਜੀ ਪਰੈ ਪਰਮਾਤਮਾ ਜੀ, ਤੁਸੀਂ ਮਨੁੱਖਾਂ ਤੋਂ ਪਰੇ ਹੋ, ਸਾਡੀ ਪਕੜ ਤੋਂ ਪਰੇ ਹੋ। ਅਤੇ ਦੂਜਾ ਪਰੈ ਅਜੂਨੀ। ਅੱਜ ਦਾ ਮਤਲਬ ਹੁੰਦਾ ਜਿਹੜੇ ਦੇਵਤੇ ਨੇ, ਦੇਵਤੇ ਊਨੀ, ਊਣ ਹੁੰਦੇ ਨੇ, ਦੇਵਤੇ ਅਜੂਨੀ, ਅੱਜ ਊਨੀ। ਤੇਰੇ ਸਾਹਮਣੇ ਪਰਮਾਤਮਾ ਜੀ ਦੇਵਤਿਆਂ ਦੀ ਬੁੱਧੀ ਵੀ ਊਣੀ ਆ, ਭਾਵ ਕਿ ਹੋਛੀ ਆ। ਸੋ ਮਹਾਰਾਜ ਕਹਿੰਦੇ ਤੂੰ ਪਰੈ, ਜਿਹੜੇ ਦੇਵਤੇ ਨੇ ਸਾਰੇ, ਉਹਨਾਂ ਦੀ ਬੁੱਧੀ ਵੀ ਊਣੀ ਆ, ਉਹ ਵੀ ਅੰਤ ਨਹੀਂ ਪਾ ਸਕਦੇ। ਤੂੰ ਪਰੈ ਅਪਰੰਪਰ ਸੁਆਮੀ, ਤੂੰ ਪਰਮਾਤਮਾ ਜੀ ਸਾਰੇ ਜਗਤ ਦਾ ਮਾਲਕ ਆ ਵਾਹਿਗੁਰੂ ਜੀ। ਮਿੱਤ ਜਾਨ ਹੋ ਆਪਨ ਗਾਤੀ। ਹੁਣ ਤੇਰੇ ਮੂਹਰੇ ਕੀ ਕਰਿਆ ਜਾ ਸਕਦਾ? ਸੋ ਮਹਾਰਾਜ ਕਹਿੰਦੇ ਨੇ ਕੀ ਕਰਿਆ ਜਾ ਸਕਦਾ ਭਾਈ? ਉਹਦੇ ਅੱਗੇ ਇੱਕ ਕੰਮ ਕਰਿਆ ਜਾ ਸਕਦਾ, ਤੂੰ ਠਾਕਰ ਤੁਮ ਪਹਿ ਅਰਦਾਸ। ਉਹਦੇ ਮੂਹਰੇ ਆਪਦੇ ਹਿਰਦੇ ਦੀ ਅਰਜ ਜਮਾ ਦਾਸਤ ਦੱਸੀ ਜਾ ਸਕਦੀ ਆ। ਹੇ ਅਕਾਲ ਪੁਰਖ ਵਾਹਿਗੁਰੂ ਜੀ, ਤੂੰ ਠਾਕੁਰ ਤੁਮ ਪਹਿ ਅਰਦਾਸ। ਜੀਓ, ਆ ਜਿਹੜਾ ਜੀਵ ਦਿੱਤਾ ਹੋਇਆ, ਪਿੰਡ ਸਰੀਰ ਦਿੱਤਾ ਹੋਇਆ, ਸਭ ਤੇਰੀ ਰਾਸ। ਇਹ ਵਾਹਿਗੁਰੂ ਜੀ ਤੇਰੀ ਪੂੰਜੀ ਦਿੱਤੀ ਹੋਈ ਹੈ ਸਾਨੂੰ, ਜੀਵ ਤੇ ਸਰੀਰ। ਤੁਮ ਮਾਤ ਪਿਤਾ ਹਮ ਬਾਰਕ ਤੇਰੇ। ਇੱਦਾਂ ਮਹਾਰਾਜ ਸਾਨੂੰ ਪਿਆਰ ਕਰਨਾ ਸਿਖਾਉਂਦੇ ਆ। ਤੁਮ ਮਾਤ ਪਿਤਾ, ਹੁਣ ਮਾਤ ਪਿਤਾ ਦੇ ਨਾਲ ਕਿੱਦਾਂ ਦਾ ਰਿਲੇਸ਼ਨ ਹੁੰਦਾ, ਠੀਕ ਹੈ ਨਾ, ਉੱਦਾਂ ਦਾ ਸਾਨੂੰ ਮਹਾਰਾਜ ਕਹਿੰਦੇ ਨੇ ਤੇਰਾ ਰਿਲੇਸ਼ਨਸ਼ਿਪ ਹੋਣਾ ਚਾਹੀਦਾ ਮਹਾਰਾਜ ਦੇ ਨਾਲ। ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ
ਸੂਖ ਕਨੇਰੇ। ਪਰਮਾਤਮਾ ਜੀ ਆਪ ਜੀ ਦੀ ਬਖਸ਼ਿਸ਼ ਦੇ ਵਿੱਚ, ਆਪ ਜੀ ਦੀ ਪ੍ਰੋਟੈਕਸ਼ਨ ਦੇ ਵਿੱਚ ਵਾਹਿਗੁਰੂ ਜੀ ਜਿਹੜੀ ਇਹ ਕਾਮ ਹੈ ਇਹਨਾਂ ਦੀ ਵਿਸ਼ਿਆਂ ਦੀ, ਕਾਮ ਭਾਵ ਤਪਸ਼ ਆ, ਅਗਨ ਆ ਇਹਨਾਂ ਦਾ, ਸੇਕ ਆ, ਉੱਥੇ ਮੈਨੂੰ ਬਚਾ ਕੇ ਰੱਖਦਾ ਪਰਮਾਤਮਾ ਜੀ। ਤੇਰੀ ਪ੍ਰੋਟੈਕਸ਼ਨ, ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ। ਜਦੋਂ ਮੇਰੀ ਸੁਰਤ ਵਾਹਿਗੁਰੂ ਜੀ ਤੇਰੇ ਨਾਲ ਜੁੜੀ ਰਹਿੰਦੀ ਆ ਅਤੇ ਉਦੋਂ ਮੇਰਾ ਜਿਹੜਾ ਇਹਨਾਂ ਵਿਸ਼ੇ ਵਿਕਾਰਾਂ ਤੋਂ ਧਿਆਨ ਆ, ਜਿਹੜਾ ਉਹਨਾਂ ਦੀ ਤਪਸ਼ ਤੋਂ ਬਚਿਆ ਰਹਿੰਦਾ ਆ। ਇਸ ਕਰਕੇ ਕੋਈ ਨਾ ਜਾਣੈ ਤੁਮਰਾ ਅੰਤ। ਕੋਈ ਦੇਵੀ ਦੇਵਤਾ, ਕੋਈ ਮਨੁੱਖ ਵਾਹਿਗੁਰੂ ਜੀ ਤੇਰੇ ਵਿੱਚ ਸਮਾਇਆ ਜਾ ਸਕਦਾ, ਪਰ ਤੇਰਾ ਅੰਤ ਨਹੀਂ ਜਾਣ ਸਕਦਾ। ਉੱਚੇ ਤੇ ਜੋ ਵੀ ਆਪਦੇ ਆਪ ਨੂੰ ਸੰਸਾਰ 'ਚ ਉੱਚਾ ਕਹਾਉਣ ਵਾਲਾ ਆ ਪਰਮਾਤਮਾ ਜੀ, ਉੱਚੇ ਤੇ ਉੱਚਾ ਭਗਵੰਤ। ਸਗਲ ਸਮੱਗਰੀ ਜਿੰਨੀ ਦੁਨੀਆ ਪਰਮਾਤਮਾ ਜੀ ਤੁਮਰੈ ਸੂਤਰ ਧਾਰੀ। ਸੂਤਰ ਹੁੰਦਾ ਤੇਰੇ ਹੁਕਮ ਵਿੱਚ ਆ ਵਾਹਿਗੁਰੂ ਜੀ। ਤੁਮ ਤੇ ਹੋਏ ਜਿੰਨੀ ਸੰਸਾਰ ਆ, ਤੁਮ ਤੇ ਹੋਏ ਸੋ ਆਗਿਆਕਾਰੀ। ਸਾਰੇ ਤੇਰੇ ਕੋਲੋਂ, ਤੇਰੀ ਆਗਿਆ ਦੇ ਵਿੱਚ ਨੇ, ਤੇਰੇ ਹੁਕਮ ਵਿੱਚ ਨੇ। ਇਸ ਕਰਕੇ ਅਕਾਲ ਪੁਰਖ ਵਾਹਿਗੁਰੂ ਜੀ ਤੁਮਰੀ ਗਤ ਮਿਤ ਤੁਮ ਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ। ਇਸ ਕਰਕੇ ਮਹਾਰਾਜ ਜੀ ਅਸੀਂ ਕੀ ਨਹੀਂ ਕਰ ਸਕਦੇ ਹੈਗੇ। ਮਿਤ ਜਾਨੋ ਆਪਨ ਗਾਤੀ। ਤੁਹਾਡੀ ਮਿੱਤ, ਤੁਹਾਡੀ ਗਤ ਪਰਮਾਤਮਾ ਜੀ। ਗਤ ਮਿੱਤ ਹੁੰਦੀ ਆ ਮਰਿਆਦਾ, ਗਤ ਹੁੰਦੀ ਆ ਰੀਤ, ਕਿ ਤੁਸੀਂ ਕੀ ਜਾਣਦੇ ਹੋ। ਤੁਸੀਂ ਆਪਦੀ ਮਿੱਤ ਗਤ ਆਪ ਹੀ ਜਾਣਦੇ ਹੋ। ਹਰ ਕੇ ਸੰਤ ਜਨਾ ਹਰ ਜਪਿਓ। ਜਿਹੜੇ ਤੇਰੇ ਹੋ ਗਏ ਵਾਹਿਗੁਰੂ ਜੀ, ਜਿਨ੍ਹਾਂ ਨੇ ਇਹ ਸਮਝ ਲਿਆ ਕਿ ਸਗਲ ਸਮੱਗਰੀ ਤੁਮਰੈ ਸੂਤਰ ਧਾਰੀ, ਜਿਨ੍ਹਾਂ ਨੇ ਤੇਰੇ ਹੋ ਕੇ ਕੀ ਕਰਿਆ, ਸੰਤ ਜਨਾ ਜਨ ਬਣ ਗਏ, ਭਾਵ ਦਾਸ ਬਣ ਕੇ ਹਰ ਜਪਿਓ। ਵਾਹਿਗੁਰੂ ਦਾ ਨਾਮ ਕੀ ਕਰਨਾ ਕਰਿਆ, ਜਪਣਾ ਕਰਿਆ। ਵਾਹਿਗੁਰੂ 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 ਵਾਹਿਗੁਰੂ। ਉਹਨਾਂ ਦੇ ਉੱਤੇ ਕੀ ਹੋ ਗਿਆ ਅਕਾਲ ਪੁਰਖ ਜੀ, ਵਾਹਿਗੁਰੂ ਜੀ ਗੁਰ ਰੰਗ, ਉਹਨਾਂ ਦੇ ਉੱਤੇ ਗੁਰੂ ਦਾ ਰੰਗ, ਸਤਿਗੁਰੂ ਦਾ, ਸਤਿਗੁਰਾਂ ਦੀ ਕਿਰਪਾ ਦਾ ਰੰਗ ਚਲੂਲਾ ਗੂੜਾ ਹੋ ਗਿਆ। ਭਾਵ ਕਿ ਉਹਨਾਂ ਦੇ ਅੰਦਰ ਗੂੜਾਪਣ ਆ ਗਿਆ, ਲਾਲੀ ਆ ਗਈ ਆ। ਹਰ ਗੁਰ ਰੰਗ ਚਲੂਲਾ ਰਾਤੀ ਰੰਗੇ ਗਏ। ਹਰ ਭਗਤ ਬਣੀ ਅਤ ਸੋਭਾ। ਵਾਹਿਗੁਰੂ ਜੀ ਦੀ ਭਗਤੀ ਦੇ ਨਾਲ, ਨਾਮ ਜਪਣ ਦੇ ਨਾਲ ਬਣ ਆਈ। ਬਣ ਆਈ ਦਾ ਹੁੰਦਾ ਸਹਿਜ ਦੇ ਵਿੱਚ ਬਣ ਆਉਣਾ। ਹੁਣ ਕੁਛ ਕਰਨਾ ਨਹੀਂ ਪੈਂਦਾ, ਹੁਣ ਨਾਮ ਜਪਣਾ ਨਹੀਂ ਪੈਂਦਾ। ਮੇਰੇ ਹਿਰਦੇ ਵਿੱਚੋਂ ਆਪਦੇ ਆਪ ਸਹਿਜ ਦੇ ਵਿੱਚ ਪਰਮਾਤਮਾ ਜੀ ਆਪ ਦਾ ਨਾਮ ਆਉਂਦਾ ਆ। ਹਰ ਭਗਤ ਬਣੀ। ਜਿਵੇਂ ਹੀ ਭਗਤੀ ਦੇ ਨਾਲ ਪ੍ਰੇਮ ਬਣਿਆ, ਅਤ ਸੋਭਾ, ਸਾਰੇ ਸੰਸਾਰ ਵਿੱਚ ਸੋਭਾ ਹੋਣ ਲੱਗ ਗਈ ਪਰਮਾਤਮਾ ਜੀ, ਜਿਹੜੀ ਕਦੇ ਸੋਚੀ ਵੀ ਨਹੀਂ ਸੀ ਹੈਗੀ। ਹਰ ਭਗਤ ਬਣੀ ਅਤ ਸੋਭਾ। ਹਰ ਜਪਿਓ ਉੱਤਮ ਪਾਤੀ। ਉੱਤਮ ਦਾ ਮਤਲਬ ਸ੍ਰੇਸ਼ਟ, ਪਾਤੀ ਦਾ ਮਤਲਬ ਤੇਰਾ ਨਾਮ ਜਪਣ ਕਰਕੇ ਪਰਮਾਤਮਾ ਜੀ ਸਾਡੀ ਪੱਤ ਹੋ ਗਈ। ਨਾਨਕ ਤੇ ਮੁਖ ਉਜਲੇ, ਸਾਡੇ ਮੁਖ ਉਜਵਲ ਹੋ ਗਏ। ਕੀਤੀ ਛੁੱਟੀ ਨਾਲ ਤੇਰੀ ਦਰਗਾਹ ਦੇ ਵਿੱਚ ਵਾਹਿਗੁਰੂ ਜੀ ਅਸੀਂ ਇੱਜ਼ਤ ਵਾਲੇ ਹੋ ਗਏ, ਅਸੀਂ ਪੱਤ ਵਾਲੇ ਹੋ ਗਏ। ਗੁਰੂ ਮਹਾਰਾਜ ਜੀ ਨੇ ਬਹੁਤ ਪਿਆਰਾ ਹੁਕਮਨਾਮਾ ਸਾਹਿਬ ਦਿੱਤਾ। ਗੁਰੂ ਮਹਾਰਾਜ ਕਿਰਪਾ ਕਰਨ, ਇੰਨੇ ਪਿਆਰੇ ਪਿਆਰੇ ਸ਼ਬਦ ਦਿੱਤੇ। ਸਭ ਤੋਂ ਪਿਆਰਾ ਸ਼ਬਦ ਦਿੱਤਾ ਮਹਾਰਾਜ ਨੇ, ਹਰ ਭਗਤ ਬਣੀ ਅਤ ਸੋਭਾ। ਬਣ ਆਈ। ਬਣ ਆਈ ਦਾ ਮਤਲਬ ਹੁੰਦਾ ਉਹ ਰਿਸ਼ਤਾ ਜਿੱਥੇ ਕੋਈ ਫਰਕ ਨਹੀਂ ਰਹਿ ਗਿਆ। ਮਤਲਬ ਜਿੱਥੇ ਕੋਈ ਫਾਰਮੈਲਿਟੀ ਨਹੀਂ ਰਹਿ ਗਈ, ਕੋਈ ਦੂਰੀ ਨਹੀਂ ਰਹਿ ਗਈ। ਮਹਾਰਾਜ ਨੇ ਸਾਨੂੰ ਅੱਜ ਬੜੇ ਪਿਆਰੇ ਸ਼ਬਦ ਦਿੱਤੇ ਨੇ। ਹਰ ਜਪਿਓ ਉੱਤਮ ਪਾਤੀ। ਜੇ ਭਾਈ ਅਸੀਂ ਆਪਣੀ ਪੱਤ ਚਾਹੁੰਦੇ ਹਾਂ, ਜੇ ਅਸੀਂ ਆਪਦੇ ਆਪ ਨੂੰ ਰੰਗਣਾ ਚਾਹੁੰਦੇ ਹਾਂ, ਜਿਹੜੇ ਹੁਣ ਸਾਡੇ ਅੰਦਰ ਫਿੱਕੇ ਰੰਗ ਪਏ ਹੋਏ ਨੇ, ਜਿਹੜੇ ਸਾਡੇ ਅੰਦਰ ਹੰਕਾਰ ਦੇ ਰੰਗ ਨੇ, ਕ੍ਰੋਧ ਦੀਆਂ ਧਾਰੀਆਂ ਨੇ, ਲੋਭ ਦੇ ਵਿਸ਼ੇ ਵਿਕਾਰਾਂ ਦੇ ਰੰਗ ਪਏ ਹੋਏ ਨੇ, ਮਹਾਰਾਜ ਕਹਿੰਦੇ ਨੇ ਇਹ ਵਾਹਿਗੁਰੂ ਦਾ ਨਾਮ ਜਪਣ ਦੇ ਨਾਲ ਸਾਰੇ ਰੰਗ ਚਲੂਲੇ ਰੰਗ ਵਿੱਚ ਬਦਲ ਜਾਂਦੇ ਨੇ। ਸੋ ਇਸ ਕਰਕੇ ਭਾਈ ਜੇ ਉੱਤਮ ਪਾਤੀ ਹੋਣਾ ਚਾਹੁੰਦੇ ਹੋ ਤਾਂ ਉਸ ਵਾਹਿਗੁਰੂ ਦਾ ਨਾਮ ਜਪਣਾ ਸ਼ੁਰੂ ਕਰੋ। ਮਹਾਰਾਜ ਨੇ ਬੜੀ ਕਿਰਪਾ ਕੀਤੀ। ਸੱਚਾ ਪਾਤਸ਼ਾਹ ਮਿਹਰ ਭਰਿਆ ਹੱਥ ਰੱਖਣ, ਸਾਨੂੰ ਸਾਰਿਆਂ ਨੂੰ ਸਮੱਤ ਬਖਸ਼ਿਸ਼ ਕਰਨ। ਅੱਜ ਦਾ ਦਿਹਾੜਾ ਸਾਡੇ ਇਸ ਸ਼ੁਕਰਾਨੇ ਵਿੱਚ ਰੰਗੇ ਕਿ ਵਾਹਿਗੁਰੂ ਜੀ ਬੇਅੰਤ ਭੁੱਲਾਂ ਚੁੱਕਾਂ ਦੀ क्षमा ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਟਾਨ ਕੋਟਾਨ ਸ਼ੁਕਰਾਨਾ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ। अबर न तेरी
ਆਤੇ